ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ ਟੀਵੀ GURGYAN TV ਗੁਰਗਿਆਨ ਟੀਵੀ ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ ਟੀਵੀ ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ ਟੀਵੀ ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤਿ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਦੀਦਾਰ ਕਰੀਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨਾਂ ਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 184 ਗੌੜੀ ਰਾਗ ਦਾ 94ਵਾਂ ਸ਼ਬਦ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਗੌੜੀ ਰਾਗ ਵਿੱਚ 25ਵਾਂ ਸ਼ਬਦ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਦੀ ਕਿਸਮ ਗੁਆਰੇਰੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਿਆਰਾ ਬਚਨ ਹੈ। ਜਿਸ ਮਨ ਬਸੈ ਤਰੈ ਜਨ ਸੋਏ। ਇਹ ਮਨ ਦੁਨਿਆਵੀ ਉਲਝਣ ਤਾਣੀ, ਕੁਸੰਗੀ ਪ੍ਰਭਾਵ ਵਿੱਚ, ਕੁਸੰਗੀ ਸੰਸਕਾਰਾਂ ਵਿੱਚ ਡੁੱਬਦਾ ਹੈ। ਜੇ ਮਨ ਵਿੱਚ ਵਾਹਿਗੁਰੂ ਜੀ ਦਾ ਗਿਆਨ ਰੂਪੀ ਨਾਮ ਉਪਦੇਸ਼ ਗੁਰੂ ਦੇ ਬਸ ਜਾਣ, ਰੱਬੀ ਭੈ ਭਾਵਨੀ ਸ਼ੁਕਰਾਨਾ ਮਿੱਠੀ ਮਿੱਠੀ ਯਾਦ ਅੰਦਰ ਵਸ ਜਾਵੇ, ਤੇ ਮਨ ਉਸ ਪ੍ਰਭਾਵ ਵਿੱਚ ਡੁੱਬਣੋਂ ਤਰ ਜਾਂਦਾ ਹੈ, ਬਚ ਜਾਂਦਾ ਹੈ। ਜਿਸ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਇਹ ਸਭ ਕੁਝ ਹੁੰਦਾ ਹੈ, ਜਾ ਕੈ ਕਰਮ ਪ੍ਰਾਪਤ ਹੋਏ। ਜਿਸ ਵਾਹਿਗੁਰੂ ਜੀ ਦੀ ਬਖਸ਼ਿਸ਼ ਨੇ ਸੁਭਾਅ ਸੋਚ ਨੂੰ ਬਦਲਣਾ ਹੈ, ਜਿਸ ਵਾਹਿਗੁਰੂ ਜੀ ਦੇ ਰੱਬੀ ਉਪਦੇਸ਼ ਸੱਚੇ ਗਿਆਨ ਨੇ ਜੀਵਨ ਨੂੰ ਬਦਲਣਾ ਹੈ, ਉਹਨੇ ਸੋਝੀ ਦੇ ਦੇਣੀ ਹੈ। ਦੁਖ ਰੋਗ ਕਛ ਭਉ ਨ ਵਿਆਪੈ। ਇੱਥੇ ਬੁਰੀਆਂ ਆਦਤਾਂ ਮਨ ਦੇ ਰੋਗ ਨੇ। ਇਹ ਜਿਹੜੇ ਮਨ ਦੇ ਰੋਗ ਨੇ ਕੁਸੰਗੀ ਪ੍ਰਭਾਵ ਵੱਲ ਖਿੱਚ ਲਿਜਾਂਦੇ ਨੇ, ਤੇ ਬੜਾ ਇੱਧਰ ਤੁਰਨਾ ਬੜਾ ਔਖਾ ਲੱਗਦਾ ਹੈ, ਇੱਕ ਡਰ ਜਿਹਾ ਲੱਗਦਾ ਹੈ, ਮੈਥੋਂ ਤੁਰਿਆ ਨਹੀਂ ਜਾਣਾ, ਦੁਨਿਆਵੀ ਪ੍ਰਾਪਤੀਆਂ ਨਾ ਹੋਈਆਂ ਕੀ ਬਣੇਗਾ। ਉਹ ਭਾਵ ਹੀ ਸਭ ਤੋਂ ਵੱਡਾ ਦੁੱਖ ਬਣਦਾ ਹੈ, ਇਸ ਪਾਸੇ ਤੁਰਨ ਨਹੀਂ ਦਿੰਦਾ ਬੰਦੇ ਨੂੰ। ਤੇ ਜਦੋਂ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਤਾਂ ਉਹ ਦੁੱਖ, ਰੋਗ, ਭਉ ਫਿਰ ਇਹਨੂੰ ਵਿਆਪਦਾ ਨਹੀਂ। ਇਹਦਾ ਇੱਕ ਨਜ਼ਰੀਆ ਹੋਰ ਸਮਝਿਓ। ਮਨ ਦਾ ਬੁਰਾਈਆਂ ਵਾਲੇ ਪਾਸੇ ਖਿੱਚਣਾ ਇਹ ਰੋਗ ਹੈ। ਇਹ ਰੋਗ ਇਹਨੂੰ ਗੁਰੂ ਦੇ ਮਾਰਗ ਤੋਂ ਤੁਰਨ ਤੋਂ ਰੋਕ ਦਿੰਦਾ ਹੈ। ਦੁੱਖ ਮਨੁੱਖ ਨੂੰ ਅੰਦਰੋਂ ਦੁਖੀ ਕਰਦਾ, ਇਸ ਮਾਰਗ ਤੋਂ ਰੋਕ ਦਿੰਦਾ ਹੈ। ਦੁਨੀਆ ਦੇ ਭੈ ਇਸ ਮਾਰਗ ਤੋਂ ਰੋਕ ਦਿੰਦੇ ਨੇ, ਪਰ ਜਦੋਂ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਤੇ ਫਿਰ ਉਹ ਰੋਕ ਨਹੀਂ ਸਕਦੇ। ਆਖੋ ਵਾਹਿਗੁਰੂ। ਉਹ ਵਿਆਪਦੇ ਨਹੀਂ, ਆਪਣਾ ਪ੍ਰਭਾਵ ਨਹੀਂ ਪਾਉਂਦੇ। ਅੰਮ੍ਰਿਤ ਨਾਮ ਹਿਰਦੈ ਹਰਿ ਜਾਪੈ। ਅੰਮ੍ਰਿਤਮਈ ਨਾਮ, ਅੰਮ੍ਰਿਤ ਦਾ ਰਸ ਦੇਣ ਵਾਲਾ ਨਾਮ
ਗੁਰੂ ਦੇ ਉਪਦੇਸ਼ ਸੱਚਾ ਗਿਆਨ, ਗਿਆਨ ਰੂਪੀ ਨਾਮ ਹੈ। ਇਹਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਮੰਨਣਾ, ਗਿਆਨ ਰੂਪੀ ਨਾਮ ਨੂੰ ਜਪਣਾ ਹੈ। ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ, ਉਹਦੇ ਸ਼ੁਕਰਾਨੇ ਵਿੱਚ, ਉਹਦੀ ਭੈ ਭਾਵਨੀ ਵਿੱਚ ਜਿਉਣਾ, ਉਹਦੇ ਗੁਣਾਂ ਦੇ ਨਾਲ ਸ਼ੁਕਰਾਨਾ ਬਣਾਈ ਰੱਖਣਾ ਤੇ ਗੁਣਾਂ ਨਾਲ ਪਰਉਪਕਾਰ ਕਰਨਾ, ਇਹ ਧਿਆਨ ਰੂਪੀ ਨਾਮ ਦੇ ਰਸ ਵਿੱਚ ਜਿਉਣਾ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਇਹ ਨਾਮ ਦਾ ਜਪਣਾ ਵਸ ਗਿਆ, ਉਹਨਾਂ ਦੀ ਜ਼ਿੰਦਗੀ ਦਾ ਇਹ ਪ੍ਰੈਕਟੀਕਲ ਇੱਕ ਹਿੱਸਾ ਬਣ ਗਿਆ। ਪਾਰ ਬ੍ਰਹਮ ਪਰਮੇਸ਼ਰ ਧਿਆਈਐ, ਫਿਰ ਉਹਨਾਂ ਨੂੰ ਸੋਝੀ ਆ ਗਈ ਅਸਲੀ ਜੀਵਨ। ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ, ਹਰ ਵੇਲੇ ਧਿਆਨ ਆਪਣੇ ਪਿਆਰੇ ਵਾਹਿਗੁਰੂ ਜੀ ਵੱਲ, ਫੈਸਲਾ ਲੈਣਾ ਰੱਬੀ ਭੈ ਵਿੱਚ। ਜਿੰਨੀਆਂ ਪ੍ਰਾਪਤੀਆਂ ਹੁੰਦੀਆਂ ਨੇ, ਧਿਆਨ ਇਸ ਪਾਸੇ ਹੈ ਕਿ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਹੋ ਰਹੀਆਂ ਨੇ, ਸ਼ੁਕਰਾਨੇ ਦੀ ਭਾਵਨਾ। ਜੋ ਗੁਣ ਨੇ ਵਾਹਿਗੁਰੂ ਜੀ ਦੇ ਨੇ, ਸਭ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਇਸ ਅਹਿਸਾਸ ਵਿੱਚ, ਇਸ ਫੀਲਿੰਗ ਵਿੱਚ ਜਿਉਣਾ ਕਿੱਥੋਂ ਪ੍ਰਾਪਤ ਹੁੰਦਾ ਹੈ? ਗੁਰ ਪੂਰੇ ਤੇ ਇਹ ਮਤ ਪਾਈਐ ਰਹਾਓ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੇਰੇ ਗੁਰੂ ਦਾ ਜੋ ਗੁਰ ਸਰੂਪ ਹੈ ਨਾ, ਉਹ ਸੱਚਾ ਗਿਆਨ ਹੈ, ਪੂਰਾ ਗੁਰ ਹੈ। ਜ਼ਿੰਦਗੀ ਜਿਉਣ ਦਾ ਤਰੀਕਾ ਦੱਸਿਆ। ਗੁਰ ਟੈਕਨੀਕ ਨੂੰ ਵੀ ਕਹਿੰਦੇ ਨੇ। ਪੰਜਾਬੀ ਵਿੱਚ ਕਿਹਾ ਜਾਂਦਾ ਸੀ ਨਾ, ਗੁਰ ਤੂੰ ਕਿੱਥੋਂ ਲਿਆ? ਉਹ ਪੂਰਾ ਗੁਰ ਹੈ, ਮੇਰੇ ਗੁਰੂ ਪਾਤਸ਼ਾਹ ਦਾ ਪੂਰਾ ਗਿਆਨ ਹੈ। ਜਦੋਂ ਅਸੀਂ ਅਰਦਾਸ ਦੀ ਪੰਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ, ਇਹਨੂੰ ਪ੍ਰੈਕਟੀਕਲ ਜ਼ਿੰਦਗੀ 'ਚ ਅਪਣਾਵਾਂਗੇ ਨਾ, ਫਿਰ ਅੰਦਰੋਂ ਗੁਰ ਸਰੂਪ ਦੇ ਦੀਦਾਰ ਹੁੰਦੇ ਨੇ ਗੁਰਬਾਣੀ 'ਚ। ਉਹਦੇ 'ਚ ਫਿਰ ਸੋਝੀ ਮਿਲਦੀ ਹੈ, ਗੁਰ ਪੂਰੇ ਤੇ ਇਹ ਮਤ ਪਾਈ ਹੈ। ਫਿਰ ਇਹ ਨਜ਼ਰੀਆ, ਇਹ ਸੋਚਣ ਦਾ ਤਰੀਕਾ ਮਿਲ ਜਾਂਦਾ। ਇਸ ਨੂੰ ਗੁਰਮਤ ਕਹਿੰਦੇ ਨੇ। ਰਹਾਓ, ਇਹ ਸ਼ਬਦ ਦਾ ਸੈਂਟਰਲ ਆਈਡੀਆ ਸੀ। ਕਰਨ ਕਰਾਵਣ ਹਾਰ ਦਇਆਲ, ਵਾਹਿਗੁਰੂ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੀ ਸਾਜਨਾ ਕਰਦੇ ਨੇ ਤੇ ਸਾਜਨ ਦੀਆਂ ਜਿਤਨੀਆਂ ਵਿਧੀਆਂ ਕਾਰਨ ਨੇ, ਉਹ ਕਾਰਨ ਆਪ ਵਰਤਾਉਂਦੇ ਨੇ। ਦਇਆਲੂ ਨੇ, ਦਇਆ ਕਰਦੇ ਨੇ। ਜੀ ਜੰਤ ਸਗਲੇ ਪ੍ਰਤਪਾਲ, ਸਾਰੇ ਜੀਵਾਂ ਨੂੰ ਦੀ ਉਹ ਸਰੀਰਕ ਤੇ ਆਤਮਿਕ ਪ੍ਰਤਪਾਲਨਾ ਕਰਦੇ ਨੇ। ਅਗੰਮ ਅਗੋਚਰ ਸਦਾ ਬੇਅੰਤਾ, ਵਾਹਿਗੁਰੂ ਜੀ ਸਾਡੀ ਪਹੁੰਚ ਤੋਂ ਪਰੇ ਨੇ, ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਨੇ। ਅਗੋਚਰ, ਅਗੰਮ ਸਾਡੀ ਮੱਤ ਤੇ ਬੁੱਧ ਤੋਂ ਪਰੇ ਨੇ। ਅਸੀਂ ਨਾ ਪੂਰਾ ਜਾਣ ਸਕਦੇ ਹਾਂ ਵਾਹਿਗੁਰੂ ਜੀ ਨੂੰ, ਨਾ ਉਸ ਨੂੰ ਪੂਰਾ ਸਮਝ ਸਕਦੇ ਹਾਂ। ਉਹ ਬੇਅੰਤ ਨੇ, ਪਰੇ ਤੋਂ ਪਰੇ ਨੇ। ਜਿਤਨਾ ਕਿ ਕਿਸੇ ਨੇ ਸਮਝਿਆ, ਉਤਨਾ ਕੁ ਉਸਨੇ ਦੱਸ ਦਿੱਤਾ ਹੈ। ਇਸ ਲਈ ਇਹ ਗੱਲ ਮਨ 'ਚ ਵਸਾ ਲੈਣੀ, ਕੋਈ ਵੀ ਕਿਸੇ ਦੀ ਵੀ ਵਿਆਖਿਆ ਫਾਈਨਲ ਵਰਜ਼ਨ ਕਦੀ ਨਹੀਂ ਹੋ ਸਕਦੀ। ਜੇ ਫਾਈਨਲ ਵਰਜ਼ਨ ਹੋ ਜਾਵੇ ਤਾਂ ਫਿਰ ਬੇਅੰਤ ਕੌਣ ਕਹੇ ਉਸ ਨੂੰ? ਨਹੀਂ, ਜਿਤਨਾ ਕਿ ਕਿਸੇ ਨੇ ਜਿਸ ਨਜ਼ਰੀਏ ਨਾਲ ਦੇਖਿਆ, ਉਸ ਨਜ਼ਰੀਏ ਨਾਲ ਦੱਸ ਦਿੱਤਾ ਹੈ, ਉਹ ਤਾਂ ਬੇਅੰਤ ਹੈ। ਸਿਮਰ ਮਨਾ ਪੂਰੇ ਗੁਰ ਮੰਤਾ, ਗੁਰੂ ਨੇ ਗੁਰ ਸਰੂਪ ਰਾਹੀਂ, ਉਪਦੇਸ਼ ਰਾਹੀਂ ਮੰਨਤਾ, ਸਲਾਹ ਦਿੱਤੀ ਹੈ ਤੈਨੂੰ। ਕਹਿ ਰਿਹਾ ਇੱਦਾਂ ਨਹੀਂ ਜਿਉਣਾ, ਗੁਰਸਿੱਖਾ ਇਸ ਤਰੀਕੇ ਨਾਲ ਜਿਉਣਾ ਹੈ। ਪਰ ਕਮਾਲ ਹੈ, ਕਦੀ ਗੁਰੂ ਦੇ ਇਸ ਮੰਤਰ ਨੂੰ, ਸਲਾਹ ਨੂੰ ਗੁਰਬਾਣੀ ਵਿੱਚੋਂ ਸਮਝਣ ਦਾ ਯਤਨ ਕਰਿਓ। ਗੁਰੂ ਨੇ ਇਹ ਵੀ ਸਿਖਾਇਆ, ਆਹ ਕੁਛ ਨਹੀਂ ਸੁਣਨਾ ਆਖੋ ਵਾਹਿਗੁਰੂ। ਇਹ ਵੀ ਸਿਖਾਇਆ ਕਿ ਆਹ ਕੁਛ ਤੂੰ ਸੁਣਦੇ ਰਹਿਣਾ ਹੈ। ਇਹ ਵੀ ਸਿਖਾਇਆ ਇੱਦਾਂ ਨਹੀਂ ਦੇਖਣਾ, ਇਹ ਵੀ ਸਿਖਾਇਆ ਇੱਦਾਂ ਦੇਖਣਾ ਆਖੋ ਵਾਹਿਗੁਰੂ। ਗੁਰੂ ਨੇ ਇਹ ਵੀ ਸਲਾਹ ਦਿੱਤੀ ਹੈ, ਤੂੰ ਬੋਲਣਾ ਕੀ ਹੈ, ਕੀ ਨਹੀਂ ਬੋਲਣਾ, ਕਦੋਂ ਚੁੱਪ ਹੋਣਾ ਹੈ, ਕਦੋਂ ਬੋਲਣਾ ਹੈ। ਕਮਾਲ ਹੀ ਕਮਾਲ ਹੈ ਐਸੀਆਂ ਸਲਾਹਾਂ। ਉਹ ਜੋ ਗੁਰੂ ਦੀ ਸਲਾਹ ਹੈ ਨਾ, ਗੁਰੂ ਦਾ ਉਪਦੇਸ਼ ਹੈ, ਉਹਨੂੰ ਮੰਨ ਕੇ ਰੱਬ ਦੀ ਯਾਦ ਵਿੱਚ ਜਿਉਇਆ ਕਰ ਮਨਾ। ਸਿਮਰ ਮਨਾ ਪੂਰੇ ਗੁਰਮੰਤਾ, ਗੁਰੂ ਦੀ ਦਿੱਤੀ ਸਲਾਹ ਅਨੁਸਾਰ, ਉਪਦੇਸ਼ ਦੇ ਵਿੱਚ ਜੋ ਸਿੱਖਿਆ ਦਿੱਤੀ ਹੈ ਨਾ, ਉਹਨੂੰ ਮੰਨ ਕੇ ਰੱਬ ਦੀ ਯਾਦ ਵਿੱਚ ਜਿਉਇਆ ਕਰ। ਜਾ ਕੀ ਸੇਵਾ ਸਰਬ ਨਿਧਾਨ,
ਗੁਰੂ ਦੇ ਉਪਦੇਸ਼ ਮੰਨ ਕੇ, ਸੋਚ ਸੁਭਾਅ ਤੇ ਲਾਗੂ ਕਰਕੇ ਜਦੋਂ ਪ੍ਰੈਕਟੀਕਲ ਜਿਉਣਾ ਹੈ, ਇਹ ਗੁਰੂ ਦੀ ਵੀ ਸੇਵਾ ਹੈ ਤੇ ਇਹ ਰੱਬ ਦੀ ਵੀ ਸੇਵਾ ਹੈ। ਇਸ ਤੋਂ ਇਲਾਵਾ ਜੋ ਕੁਛ ਵੀ ਤੇਰੀ ਇੱਛਾ ਹੈ ਨਾ, ਉਹ ਸਭ ਛੋਟੀ ਹੈ। ਇਹ ਸਭ ਤੋਂ ਵੱਡਾ ਖਜ਼ਾਨਾ ਹੈ, ਜਾ ਕੀ ਸੇਵਾ ਸਰਵਨਿਧਾਨ। ਇਹੀ ਸੇਵਾ ਹੈ ਤੇ ਇਹੀ ਸਭ ਤੋਂ ਵੱਡਾ ਖਜ਼ਾਨਾ ਹੈ। ਇਹਦੇ ਤੋਂ ਬਿਨਾਂ ਬਾਕੀ ਸਭ ਛੋਟੀਆਂ ਇੱਛਾਵਾਂ ਨੇ, ਛੋਟੀਆਂ ਪ੍ਰਾਪਤੀਆਂ ਨੇ। ਪ੍ਰਭ ਕੀ ਪੂਜਾ ਪਾਈਐ ਮਾਨ। ਗੁਰੂ ਦੇ ਉਪਦੇਸ਼ ਮੰਨਣੇ ਹੀ ਸਭ ਤੋਂ ਵੱਡੀ ਗੁਰੂ ਦੀ ਪੂਜਾ ਹੈ। ਗੁਰੂ ਦੇ ਉਪਦੇਸ਼ ਮੰਨ ਕੇ ਰੱਬੀ ਮਾਰਗ ਵਾਲਾ ਜੀਵਨ ਜਿਉਣਾ, ਜਿਹਨੂੰ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨੂੰ ਜਪਣਾ ਕਿਹਾ, ਇਹੋ ਹੀ ਸਭ ਤੋਂ ਵੱਡੀ ਪੂਜਾ ਹੈ। ਆਖੋ ਵਾਹਿਗੁਰੂ। ਇਸੇ ਨੂੰ ਪੂਜਾ ਮੰਨ। ਇਹਦੇ ਵਿੱਚੋਂ ਤੈਨੂੰ ਬਖਸ਼ਿਸ਼ ਮਿਲੇਗੀ, ਪਾਈਐ ਮਾਨ। ਗੁਰੂ ਦੀਆਂ ਰੱਬ ਦੀਆਂ ਨਜ਼ਰਾਂ 'ਚ ਮਾਨ ਸਤਿਕਾਰ ਮਿਲੇਗਾ, ਬਖਸ਼ਿਸ਼ ਮਿਲੇਗੀ। ਜਾ ਕੀ ਟਹਿਲ ਨਾ ਬਿਰਥੀ ਜਾਏ। ਅਗਰ ਕੋਈ ਆਪਾ ਵਾਰ ਕੇ ਗੁਰੂ ਦੀ ਸੇਵਾ, ਰੱਬ ਦੀ ਸੇਵਾ ਕਰਦਾ ਹੈ ਨਾ, ਇਹਨੂੰ ਇੱਕੋ ਸ਼ਬਦ ਵਿੱਚ ਕਹਿਣਾ ਹੋਵੇ ਤਾਂ ਉਹ ਹੈ ਪਰਉਪਕਾਰ। ਪਰਉਪਕਾਰ ਗੁਰੂ ਦੀ ਸੇਵਾ ਹੈ, ਪਰਉਪਕਾਰ ਕੌਮ ਦੀ ਸੇਵਾ ਹੈ, ਪਰਉਪਕਾਰ ਰੱਬ ਦੀ ਸੇਵਾ ਹੈ, ਪਰਉਪਕਾਰ ਮਨੁੱਖਤਾ ਦੀ ਸੇਵਾ ਹੈ, ਇਹ ਸਮਾਜ ਦੀ ਸੇਵਾ ਹੈ। ਇੱਥੇ ਟਹਿਲ ਕਹਿ ਦਿੱਤਾ, ਇਹ ਬਿਰਥੀ ਨਹੀਂ ਜਾਂਦੀ। ਵਾਹਿਗੁਰੂ ਜੀ ਕਦੀ ਕਿਸੇ ਦਾ ਹੱਕ ਨਹੀਂ ਰੱਖਦੇ। ਆਖੋ ਵਾਹਿਗੁਰੂ। ਸੁਖਮਨੀ ਸਾਹਿਬ ਵਿੱਚ ਅੱਗੇ ਪੰਕਤੀ ਆਏਗੀ, ਤੋ ਕਿਉਂ ਬਿਸਰੈ ਜੇ ਘਾਲ ਨਾ ਭਾਨਾ। ਘਾਲ ਮਿਹਨਤ, ਭਾਨਾ ਅਜਾਈ ਨਹੀਂ ਜਾਣ ਦਿੰਦੇ ਵਾਹਿਗੁਰੂ ਜੀ। ਬਿਰਥੀ ਨਹੀਂ ਜਾਂਦੀ ਹੈ। ਸਦਾ ਸਦਾ ਹਰ ਕੇ ਗੁਣ ਗਾਏ। ਇਸ ਲਈ ਗੁਰਮਤਿ ਅਨੁਸਾਰ, ਗੁਰੂ ਦੇ ਨਜ਼ਰੀਏ ਅਨੁਸਾਰ ਰੱਬ ਦੇ ਗੁਣਾਂ ਨੂੰ ਗਾਉਣਾ ਸਿੱਖ ਤੇ ਸਦਾ ਰੱਬ ਦੇ ਗੁਣਾਂ ਨੂੰ ਗਾਇਆ ਕਰ। ਗੁਣਾਂ ਵਾਲਾ ਜੀਵਨ ਜਿਉਣਾ ਤੇ ਸ਼ੁਕਰਾਨਾ ਕਰਨਾ, ਰੱਬ ਦੇ ਗੁਣਾਂ ਨੂੰ ਗਾਉਣਾ ਹੈ। 3 ਚੀਜ਼ਾਂ ਯਾਦ ਰੱਖਿਓ। ਨੰਬਰ 2, ਗੁਣਾਂ ਨਾਲ ਪਰਉਪਕਾਰ ਕਰਨਾ। ਪਰਉਪਕਾਰ ਲਈ ਬਿਰਤੀ, ਲਗਨ, ਜਜ਼ਬਾ, ਜਨੂਨ, ਇਹ ਸਭ ਵਾਹਿਗੁਰੂ ਦੀਆਂ ਦਾਤਾਂ ਨੇ। ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ। ਅਗਰ ਪਰਉਪਕਾਰ ਨਿਭਦਾ ਹੈ, ਨਿਭ ਰਿਹਾ ਹੈ ਤਾਂ ਸ਼ੁਕਰਾਨਾ ਕਰਨਾ, ਨਹੀਂ ਨਿਭ ਰਿਹਾ ਤਾਂ ਮੰਗਣਾ। ਫਿਰ ਰੱਬੀ ਮਾਰਗ ਦੀਆਂ, ਗੁਰੂ ਦੇ ਉਪਦੇਸ਼ਾਂ ਦੀਆਂ, ਗੁਰਮਤਿ ਦੀਆਂ, ਗੁਰਸਿੱਖੀ ਦੀਆਂ ਵਿਚਾਰਾਂ ਕਰਨੀਆਂ, ਭਾਵਨਾ ਰੱਖਣੀ, ਸਿੱਖਣਾ ਵੀ ਹੈ, ਵੰਡਣਾ ਵੀ ਹੈ। ਆਪ ਪ੍ਰੇਰਿਤ ਹੋਣਾ ਉਹਨਾਂ ਵਿਚਾਰਾਂ ਤੋਂ, ਹੋਰਾਂ ਨੂੰ ਪ੍ਰੇਰਿਤ ਕਰਨਾ ਹੈ। ਇਹ 3 ਤਰੀਕੇ ਨੇ ਗੁਣ ਗਾਉਣ ਦੇ, ਤੇ ਸਦਾ ਇਹ ਜ਼ਿੰਦਗੀ ਦਾ ਹਿੱਸਾ ਰਵੇ। ਗਾਉਣੇ, ਸਦਾ ਗਾਉਣਾ ਗੁਣਾਂ ਨੂੰ ਗੁਰਮਤਿ ਅਨੁਸਾਰ। ਕਰ ਕਿਰਪਾ ਪ੍ਰਭ ਅੰਤਰਜਾਮੀ। ਅਰਦਾਸ ਹੈ, ਵਾਹਿਗੁਰੂ ਜੀ ਕਿਰਪਾ ਕਰੋ। ਤੁਸੀਂ ਅੰਤਰਜਾਮੀ ਹੋ, ਸਾਡੇ ਦਿਲਾਂ ਦੀਆਂ ਜਾਣਨਹਾਰ ਹੋ। ਸੁਖ ਨਿਧਾਨ ਹਰ ਅਲਖ ਸੁਆਮੀ। ਵਾਹਿਗੁਰੂ ਜੀ, ਤੁਸੀਂ ਆਤਮਿਕ ਸੁਖ ਦੇ ਖਜ਼ਾਨੇ ਹੋ। ਬੇਅੰਤ ਹੋ, ਅਲਖ ਹੋ, ਲਖਿਆ ਨਹੀਂ ਜਾ ਸਕਦਾ, ਤੁਹਾਨੂੰ ਪੂਰਾ ਜਾਣਿਆ ਨਹੀਂ ਜਾ ਸਕਦਾ। ਤੁਸੀਂ ਸਾਡੇ ਮਾਲਕ ਹੋ ਸੁਆਮੀ। ਜੀ ਜੰਤ ਤੇਰੀ ਸ਼ਰਨ ਆਈ। ਸਾਰੇ ਤੁਹਾਡੇ ਨਿਜ਼ਮ ਦੇ ਦਾਇਰੇ ਵਿੱਚ ਚੱਲਦੇ ਨੇ, ਤੁਹਾਡੀ ਸ਼ਰਨ ਵਿੱਚ ਨੇ। ਤੁਹਾਡੇ ਨਿਜ਼ਮ ਤੋਂ ਬਾਹਰ ਕੋਈ ਜਾ ਨਹੀਂ ਸਕਦਾ। ਹਰ ਇੱਕ ਤੇ ਤੁਹਾਡਾ ਨਿਜ਼ਮ ਲਾਗੂ ਹੁੰਦਾ ਹੈ। ਨਾਨਕ ਨਾਮ ਮਿਲੈ ਵਡਿਆਈ। ਇਹ ਨਾਨਕ ਜੀ, ਵਾਹਿਗੁਰੂ ਜੀ ਦਾ ਗਿਆਨ ਰੂਪੀ ਨਾਮ ਸੱਚਾ ਗਿਆਨ, ਗੁਰੂ ਦੇ ਉਪਦੇਸ਼। ਧਿਆਨ ਰੂਪੀ ਨਾਮ, ਉਹਦੀ ਯਾਦ, ਭੈ ਭਾਵਨੀ, ਸ਼ੁਕਰਾਨਾ। ਇਹਦੇ ਨਾਲ ਬਖਸ਼ਿਸ਼ ਮਿਲਦੀ ਹੈ। ਇਸ ਲਈ ਵਾਹਿਗੁਰੂ ਜੀ ਕਿਰਪਾ ਕਰਦੇ ਰਹਿਣਾ। ਕੀ ਮੰਗਿਆ? ਬਖਸ਼ਿਸ਼ ਮੰਗੀ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਅਗਲਾ ਸ਼ਬਦ ਗੌੜੀ ਰਾਗ ਦਾ 95ਵਾਂ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 26ਵਾਂ। ਗੌੜੀ ਦੀ ਕਿਸਮ ਗੁਆਰੇਰੀ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਸ਼ੁਰੂ ਹੋ ਰਿਹਾ। ਜੀ ਜੁਗਤ ਜਾ ਕਹਿ ਹੈ ਹਾਥ। ਜੀਵ ਕਿਵੇਂ ਜਿਉ ਰਹੇ ਨੇ, ਉਹਨੇ ਇੱਕ ਨਿਜ਼ਮ ਚਲਾਇਆ ਹੋਇਆ, ਉਸ ਨਿਜ਼ਮ ਵਿੱਚ ਚੱਲ ਰਹੇ ਨੇ, ਸਾਰੇ ਉਹਦੇ ਹੱਥ ਵਿੱਚ ਨੇ। ਨਿਜ਼ਮ ਨੂੰ ਫੋਲੋ ਕਰੇਗਾ, ਉਹਨੇ ਬਖਸ਼ਿਸ਼ ਦੇ ਦੇਣੀ ਹੈ। ਨਿਜ਼ਮ ਦੀ ਨਾ ਸਮਝ ਆਈ, ਨਾ ਫੋਲੋ ਕੀਤਾ, ਭਟਕਣਾ ਮਿਲ ਜਾਣੀ ਹੈ। ਇਹ ਜ਼ਿੰਦਗੀ ਦਾ ਖੇਲ ਹੈ। ਸਾਰੇ ਉਹਦੇ ਨਿਜ਼ਮ ਰੂਪੀ ਹੱਥ ਵਿੱਚ ਚੱਲ ਰਹੇ ਨੇ। ਸੋ ਸਿਮਰੋ ਅਨਾਥ ਕੋ ਨਾਥ। ਵਾਹਿਗੁਰੂ ਜੀ ਦੀ, ਜਿਸ ਵਾਹਿਗੁਰੂ ਜੀ ਦੇ ਨਿਜ਼ਮ ਵਿੱਚ ਸਾਰੇ ਚੱਲ ਰਹੇ ਨੇ, ਉਹਦੀ ਯਾਦ ਮਨ ਵਿੱਚ ਵਸਾਓ, ਸਿਮਰੋ। ਅਨਾਥ ਕੋ ਨਾਥ, ਜਿਹਦਾ ਕੋਈ ਵੀ ਨਹੀਂ ਹੈ,
ਜਿਹਦਾ ਕੋਈ ਵੀ ਓਟ ਆਸਰਾ ਨਹੀਂ, ਜਿਹਨੂੰ ਕੋਈ ਵੀ ਪੁੱਛਦਾ ਨਹੀਂ ਹੈ, ਰੁਲਦਾ ਫਿਰਦਾ। ਉਹਦੇ ਮਾਲਕ ਵਾਹਿਗੁਰੂ ਜੀ ਨੇ। ਆਖੋ ਵਾਹਿਗੁਰੂ ਅਨਾਥ ਕੋ ਨਾਥ। ਜ਼ਿੰਦਗੀ ਦੇ ਕੁਝ ਔਖੇ ਸਮੇਂ ਆਉਂਦੇ ਨੇ, ਉਹ ਜ਼ਿੰਦਗੀ ਦੀਆਂ ਪ੍ਰੀਖਿਆਵਾਂ ਹੁੰਦੀਆਂ ਨੇ। ਔਖੇ ਸਮੇਂ ਦੇ ਉੱਪਰ ਪਰਉਪਕਾਰ ਦਾ ਮਾਰਗ, ਰੱਬੀ ਮਾਰਗ, ਗੁਰੂ ਦੇ ਮਿਸ਼ਨ ਦਾ ਮਾਰਗ ਛੱਡਦਾ ਹੈ ਕਿ ਨਿਭਦਾ ਹੈ, ਇਹ ਉਹਨਾਂ ਦੁੱਖਾਂ ਵਿੱਚੋਂ ਦੀ ਨਿਕਲ ਕੇ ਪਤਾ ਲੱਗਦਾ ਹੈ। ਛੱਡ ਜਾਂਦਾ ਹੈ, ਅੰਦਰੋਂ ਕੱਚਾ ਹੈ, ਸਿਦਕ ਦੀ ਘਾਟ ਹੈ, ਜਜ਼ਬੇ ਦੀ ਘਾਟ ਹੈ, ਲਗਨ ਦੀ ਘਾਟ ਹੈ। ਅਗਰ ਨਿਭ ਜਾਂਦਾ ਹੈ, ਅੰਦਰ ਜਜ਼ਬਾ, ਸਿਦਕ, ਲਿਵ ਗੁਰੂ ਨੇ ਪ੍ਰਵਾਨ ਕਰ ਦਿੱਤਾ ਹੈ, ਬਖਸ਼ਿਸ਼ ਦਾ ਪਾਤਰ ਹੈ। ਵਿਘਨ ਰੁਕਾਵਟਾਂ ਵਿੱਚ ਬਹੁਤ ਕੁਝ ਗਿਆਨ ਪ੍ਰਾਪਤ ਹੁੰਦਾ ਹੈ, ਤਜਰਬਾ ਪ੍ਰਾਪਤ ਹੁੰਦਾ ਹੈ। ਆਪਣੇ ਬੇਗਾਨੇ ਹੋ ਜਾਂਦੇ ਨੇ, ਛੋਟੀ ਛੋਟੀ ਗੱਲ ਤੇ ਰੁੱਸਦੇ ਨੇ, ਸਾਥ ਛੱਡ ਜਾਂਦੇ ਨੇ। ਕੋਈ ਕਿਸੇ ਕਨਫਿਊਜ਼ਨ ਵਿੱਚ, ਕੋਈ ਕਿਸੇ ਕਨਫਿਊਜ਼ਨ ਵਿੱਚ, ਕੋਈ ਕਿਸੇ ਗਲਤਫਹਿਮੀ ਵਿੱਚ, ਕੋਈ ਕਿਸੇ ਗਲਤਫਹਿਮੀ ਵਿੱਚ। ਸਿਰਫ ਗੁਰੂ ਤੇ ਵਾਹਿਗੁਰੂ ਜੀ ਨੇ ਜਿਹੜੇ ਸਾਥ ਨਹੀਂ ਛੱਡਦੇ। ਆਖੋ ਵਾਹਿਗੁਰੂ। ਇਸ ਲਈ ਅਨਾਥ ਕੋ ਨਾਥ, ਅਨਾਥ ਜਿਹਦਾ ਕੋਈ ਆਸਰਾ ਨਹੀਂ, ਉਹਦੇ ਵੀ ਸੁਆਮੀ ਵਾਹਿਗੁਰੂ ਜੀ ਨੇ। ਪ੍ਰਭ ਚੇਤੇ ਆਏ ਸਭ ਦੁੱਖ ਜਾਏ। ਤੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਚੇਤੇ ਨੇ, ਜਿਨ੍ਹਾਂ ਦਾ ਜੀਵਨ ਵਾਹਿਗੁਰੂ ਜੀ ਨੂੰ ਸਮਰਪਿਤ ਹੈ, ਉਹਨਾਂ ਦੀ ਜ਼ਿੰਦਗੀ ਤਾਂ ਦੁੱਖ ਤਾਂ ਆਉਂਦੇ ਨੇ, ਦੁਖੀ ਨਹੀਂ ਕਰਦੇ ਉਹ। ਕਿਉਂਕਿ ਮਨ ਕਦੀ ਦੁੱਖ ਨਾਲ ਦੁਖੀ ਹੁੰਦਾ ਨਾ, ਠੀਕ ਹੈ, ਅੰਦਰੋਂ ਰੋਣਾ ਨਿਕਲਦਾ, ਪੁੱਬ ਨਿਕਲਦੀ ਹੈ, ਪਰ ਮੇਰੇ ਗੁਰੂ ਪਾਤਸ਼ਾਹ ਦਾ ਕੋਈ ਨਾ ਕੋਈ ਉਪਦੇਸ਼ ਅੰਦਰੋਂ ਉੱਠਿਆ, ਕੋਈ ਨਾ ਕੋਈ ਹੁਲਾਰਾ ਉਹਨੂੰ ਫਿਰ ਇੱਕ ਸੈਕਿੰਡ ਵਿੱਚ ਮਾਰਗ ਤੇ ਲੈ ਜਾਂਦਾ। ਆਖੋ ਵਾਹਿਗੁਰੂ। ਫਿਰ ਪਤਾ ਲੱਗਦਾ ਹੈ ਜੋ ਅੰਦਰੋਂ ਦੁੱਖ ਪੈਦਾ ਹੁੰਦਾ ਹੈ, ਪੀੜਾ ਪੈਦਾ ਹੁੰਦੀ ਹੈ, ਉਹ ਦੁਨੀਆ ਦੇ ਕਾਰਨ ਪੈਦਾ ਹੁੰਦੀ ਹੈ। ਲੋਕਾਂ ਦੇ ਬੋਲ ਐਸੇ ਹੁੰਦੇ ਨੇ, ਡਰਾਉਂਦੇ ਨੇ, ਦੁਖੀ ਕਰਦੇ ਨੇ, ਦਿਲ ਤੋੜ ਦਿੰਦੇ ਨੇ। ਪਰ ਗੁਰੂ ਦੇ ਬੋਲ ਐਸੇ ਹੁੰਦੇ ਨੇ, ਦਿਲ ਜੋੜ ਦਿੰਦੇ ਨੇ। ਆਖੋ ਤੋੜ ਦਿੰਦੇ ਨੇ, ਸਿਦਕ ਦਿੰਦੇ ਨੇ, ਹੌਸਲਾ ਦਿੰਦੇ ਨੇ। ਇਸ ਲਈ ਪ੍ਰਭ ਚਿਤਾਏ ਸਭ ਦੁੱਖ ਜਾਏ। ਅੰਦਰੋਂ ਹਿਰਦੇ ਚੋਂ ਫਿਰ ਦੁੱਖ ਨਿਕਲ ਜਾਂਦਾ। ਪੈ ਸਭ ਬਿਨ ਸੈ ਹਰ ਕੈ ਨਾਏ। ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦੇ ਨਾਲ ਸਾਰੇ ਭੈ ਦੂਰ ਹੋ ਜਾਂਦੇ। ਜਦੋਂ ਕਿਤੇ ਦੁੱਖ ਆਉਂਦੇ, ਰੁਕਾਵਟਾਂ ਆਉਂਦੀਆਂ, ਵਿਘਨ ਆਉਂਦਾ, ਗੁਰੂ ਸਾਹਿਬ ਦਾ ਇਤਿਹਾਸ ਤੇ ਗੁਰਬਾਣੀ ਦੀ ਸੋਝੀ, ਗੁਰਬਾਣੀ ਦੇ ਉਪਦੇਸ਼ ਇਹ ਸੋਝੀ ਕਰਾ ਦਿੰਦੇ ਨੇ। ਪ੍ਰੀਖਿਆ ਵਿੱਚ ਮਨ ਦੀ ਉਲਝਣ ਤਾਣੀ, ਮਨ ਦੇ ਉਤਰਾ ਚੜਾ ਚੱਲਦੇ ਨੇ। ਜੇ ਇਹ ਵੀ ਸਾਥ ਛੱਡ ਗਿਆ, ਇਹ ਵੀ ਸਾਥ ਛੱਡ ਗਿਆ, ਮੇਰਾ ਕੰਮ ਸਿਰੇ ਲੱਗੇਗਾ ਕਿ ਨਹੀਂ ਲੱਗੇਗਾ। ਤੇ ਸੱਚ ਇਹ ਹੈ, ਜਿੰਨਾ ਚਿਰ ਇਹ ਛੋਟੇ ਛੋਟੇ ਆਸਰਿਆਂ ਤੇ ਮਨ ਬੈਠਾ ਹੁੰਦਾ ਨਾ, ਇਹਦੀ ਉਮੀਦ ਦੇ ਨਾਲ ਹੋਏਗਾ, ਇਹਦੇ ਸਹਿਯੋਗ ਨਾਲ ਹੋਏਗਾ, ਇਹਦੀ ਆਸ ਨਾਲ ਹੋਏਗਾ, ਉਹਨਾਂ ਚਿਰ ਸੱਚੀ ਮਨ ਉਲਝਿਆ ਹੀ ਹੁੰਦਾ। ਜਦੋਂ ਸਾਰੇ ਸਾਥ ਛੱਡ ਜਾਂਦੇ ਨੇ ਨਾ, ਬਸ ਫਿਰ ਭਰੋਸਾ ਹੀ ਵਾਹਿਗੁਰੂ ਜੀ ਤੇ ਉਦੋਂ ਵੱਜਦਾ ਹੈ। ਤੇ ਫਿਰ ਉਸ ਗਲੀ ਵਿੱਚੋਂ ਦੀ ਜਦੋਂ ਲੰਘਦਾ ਨਾ, ਫਿਰ ਪਤਾ ਲੱਗਦਾ ਬਈ ਉਹ ਭੈ ਮੀ ਹੈ। ਆਖੋ ਵਾਹਿਗੁਰੂ। ਪੁਰਾਤਨ ਬਜ਼ੁਰਗ ਕੰਮ ਧੰਦਾ ਕਰਦਿਆਂ, ਤੁਰਦਿਆਂ ਫਿਰਦਿਆਂ ਗਾਉਂਦੇ ਹੁੰਦੇ ਸੀ, ਇੱਕ ਤੱਕਿਆ ਭਰੋਸਾ ਤੇਰੇ ਨਾਮ ਦਾ, ਹੋਰ ਸਭੇ ਢਾਈਆਂ ਢੇਰੀਆਂ। ਉਹ ਭੈ ਦੂਰ ਹੋ ਜਾਂਦੇ ਨੇ। ਆਖੋ ਵਾਹਿਗੁਰੂ। ਬਿਨ ਹਰ ਭਾਉ ਕਾਹੇ ਨਾ ਮਾਨੈ। ਵਾਹਿਗੁਰੂ। ਬਿਨ ਹਰ ਭਾਉ, ਬਿਨ ਹਰ ਭਉ ਕਾਹੇ ਕਾ ਮਾਨੈ। ਪਿਆਰਿਆ, ਰੱਬ ਤੋਂ ਬਿਨਾਂ ਕਿਸੇ ਹੋਰ ਦਾ ਡਰ ਕੀ ਕਰ ਲਏਗਾ। ਆਖੋ ਵਾਹਿਗੁਰੂ। ਕਿਉਂ ਮੰਨਿਆ ਜਾਵੇ, ਕਾਹੇ ਕਾ ਮਾਨੈ। ਉਹਦਾ ਮੰਨਣ ਦਾ ਕੀ ਫਾਇਦਾ। ਭਉ ਵਿੱਚ ਰਹਿਣਾ ਤੇ ਰੱਬ ਦੇ ਭਉ ਵਿੱਚ ਰਹਿਣਾ। ਰੱਬੀ ਭੈ, ਇਹਨੂੰ ਕੌਨਸ਼ੀਅਸਨੈਸ ਕਹਿੰਦੇ ਆ, ਇਹਨੂੰ ਚੇਤਨਾ ਕਿਹਾ ਜਾਂਦਾ ਹੈ। ਭੈ ਭਾਵਨੀ ਵਿੱਚ ਫੈਸਲੇ ਲੈਣੇ। ਹਰ ਬਿਸਰਤ ਕਾਹੇ ਸੁਖ ਜਾਣੈ ਰਹਾਉ। ਜੇ ਰੱਬ ਦਾ ਭਉ ਨਹੀਂ ਤੇ ਕਿਹੜੇ ਡਰ ਵਿੱਚ ਜਿਉ ਰਿਹਾ। ਜੇ ਰੱਬ ਨੂੰ ਵਿਸਾਰੀ ਬੈਠਾ ਤੇ ਕਿਹੜੇ ਸੁੱਖ ਲੱਭ ਰਿਹਾ। ਆਖੋ ਵਾਹਿਗੁਰੂ। ਹਰ ਬਿਸਰਤ ਕਾਹੇ ਸੁਖ ਜਾਣੈ
ਰਹਾਓ ਸੈਂਟਰਲ ਆਈਡੀਆ। ਕਿਹੜਾ ਸੁੱਖ ਜਾਣਦਾ ਪਿਆ, ਕਿਹੜੇ ਸੁੱਖ ਨੂੰ ਸੁੱਖ ਸਮਝੀ ਜਾਂਦਾ ਹੈ? ਜਿਨ ਧਾਰੇ ਬਹੁ ਧਰਨ ਆਗਾਸ, ਜਿਸ ਵਾਹਿਗੁਰੂ ਜੀ ਨੇ ਇਹ ਧਰਤੀ ਆਕਾਸ਼ ਪੈਦਾ ਕੀਤੇ, ਕੇਵਲ ਪੈਦਾ ਨਹੀਂ ਕੀਤੇ, ਇੱਕ ਨਿਜ਼ਮ ਦੇ ਵਿੱਚ ਲਾ ਦਿੱਤੇ ਨੇ। ਧਰਤੀ ਘੁੰਮਦੀ ਪਈ ਹੈ, ਖੁਦ ਆਪਣੇ ਦੁਆਲੇ ਘੁੰਮਦੀ ਹੈ, ਘੁੰਮਦੀ ਘੁੰਮਦੀ ਸੂਰਜ ਦੁਆਲੇ ਗੇੜਾ ਲਾਉਂਦੀ ਹੈ, ਆਕਾਸ਼ ਹੈ। ਇਹ ਕਿੱਦਾਂ ਸਾਰਾ ਆਪਰੇਟਿੰਗ ਸਿਸਟਮ ਹੈ? ਗ੍ਰਹਿ ਇੱਕ ਦੂਸਰੇ ਨਾਲ ਟਕਰਾ ਨਹੀਂ ਰਹੇ, ਪਲੈਨਟਸ ਇਹ ਟਕਰਾ ਜਾਣ ਤਾਂ ਕੀ ਬਣ ਜਾਏਗਾ? ਕਦੀ ਕਦੀ ਖਬਰ ਆਉਂਦੀ ਹੈ, ਲੱਗਦਾ ਹੈ ਵੀ ਕੋਈ ਤਾਰਾ, ਕੋਈ ਛੋਟਾ ਗ੍ਰਹਿ ਵੱਡਾ ਗ੍ਰਹਿ ਆ ਰਿਹਾ ਹੈ, ਜੇ ਟਕਰਾ ਗਿਆ ਤਬਾਹੀ ਲਿਆ ਦੇਗਾ। ਕੌਣ ਹੈ ਜਿਹੜਾ ਇਹਨੂੰ ਆਪਰੇਟ ਕਰ ਰਿਹਾ? ਕੋਈ ਸ਼ਕਤੀ ਹੈ। ਉਹ ਜਿਸ ਵਾਹਿਗੁਰੂ ਜੀ ਦੀ ਪਰਮ ਸ਼ਕਤੀ ਨੇ ਇਹ ਸਾਰੇ ਕੁਛ ਨੂੰ ਸਿਸਟਮ ਵਿੱਚ ਚਲਾਇਆ ਹੋਇਆ ਹੈ। ਧਰਨ ਆਗਾਸ ਜਾ ਕੀ ਜੋਤ ਜੀਅ ਪ੍ਰਗਾਸ, ਉਹਦੀ ਜੋਤ ਸਾਰਿਆਂ ਦੇ ਅੰਦਰ ਹੈ। ਬਸ ਉਹਦੀ ਜੋਤ ਅਨੁਸਾਰ ਜਿਉਣਾ ਸਿਖਾਉਣਾ ਗੁਰੂ ਪਾਤਸ਼ਾਹ ਨੇ। ਉਹਦੇ ਨਾਲ ਹੀ ਅੰਦਰ ਸੋਝੀ ਤੇ ਖੇੜਾ ਬਣਨਾ ਹੈ। ਉਹ ਜੋਤ ਨੇ ਪ੍ਰਗਟ ਹੋ ਜਾਣਾ ਹੈ, ਅੰਦਰੋਂ ਗਿਆਨ ਫੁੱਟ ਪੈਣਾ ਹੈ। ਜਿਉਂ-ਜਿਉਂ ਗੁਰੂ ਦੇ ਉਪਦੇਸ਼ ਨੂੰ ਸੋਚ ਸੁਭਾਅ 'ਤੇ ਲਾਗੂ ਕਰਕੇ ਜਿਉਏਗਾ, ਅੰਦਰੋਂ ਗਿਆਨ ਦੀਆਂ ਤਾਰਾਂ ਫੁੱਟਣਗੀਆਂ। ਇਹਨੂੰ ਭਗਤ ਕਬੀਰ ਜੀ ਨੇ ਕਿਹਾ, ਦੇਖੋ ਭਾਈ ਗਿਆਨ ਕੀ ਆਈ ਆਂधी, ਸੋਝੀ ਆ ਜਾਏਗੀ। ਜਾ ਕੀ ਬਖਸ਼ ਨਾ ਮੇਟੈ ਕੋਏ, ਫਿਰ ਵਾਹਿਗੁਰੂ ਜੀ ਬਖਸ਼ਿਸ਼ ਦਿੰਦੇ ਨੇ ਨਾ, ਉਹ ਬਖਸ਼ਿਸ਼ ਨੂੰ ਨਹੀਂ ਕੋਈ ਮੇਟ ਸਕਦਾ, ਇਹ ਗੱਲ ਯਾਦ ਰੱਖਿਓ। ਦੁਨੀਆ ਰੁਕਾਵਟਾਂ ਖੜੀਆਂ ਕਰ ਸਕਦੀ ਹੈ, ਦੁਨੀਆ ਕਿਸੇ ਨੂੰ ਲੈਟ ਡਾਊਨ ਕਰ ਸਕਦੀ ਹੈ, ਦੁਨੀਆ ਕਿਸੇ ਦੇ ਸਤਿਕਾਰ ਦਾ ਮਲੀਆ ਮੇਟ ਕਰ ਸਕਦੀ ਹੈ, ਦੁਨੀਆ ਕਿਸੇ ਦਾ ਸਾਥ ਛੱਡ ਸਕਦੀ ਹੈ, ਕਿਸੇ ਦੇ ਰਾਹ 'ਚ ਰੁਕਾਵਟਾਂ ਖੜੀਆਂ ਕਰ ਸਕਦੀ ਹੈ, ਪਰ ਕਿਸੇ ਦੀ ਬਖਸ਼ਿਸ਼ ਨੂੰ ਨਹੀਂ ਮੇਟ ਸਕਦੀ। ਆਖੋ ਵਾਹਿਗੁਰੂ। ਤੇ ਬਖਸ਼ਿਸ਼ ਇੱਕ ਐਸੀ ਹੁੰਦੀ ਹੈ, ਬਖਸ਼ਿਸ਼ ਦੇ ਨਾਲ ਜਿਹੜੇ ਕਾਰਜ ਹੁੰਦੇ ਨੇ ਨਾ, ਗੁਰੂ ਦੇ ਕਾਰਜ, ਰੱਬ ਦੇ ਕਾਰਜ, ਉਹਨੂੰ ਫਿਰ ਹਰ ਕੋਈ ਮਹਿਸੂਸ ਕਰਦਾ ਬਈ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ। ਆਖੋ ਵਾਹਿਗੁਰੂ। ਇਸ ਲਈ ਪਿਆਰਿਆ, ਸਿਮਰ ਸਿਮਰ ਪ੍ਰਭ ਨਿਰਭਉ ਹੋਏ, ਵਾਹਿਗੁਰੂ ਜੀ ਨੂੰ ਹਰ ਵੇਲੇ ਯਾਦ ਰੱਖਿਆ ਕਰ। ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਇਆ ਕਰ, ਤੇ ਇਹ ਮਨ ਨਿਰਭਉ ਹੋ ਜਾਂਦਾ ਹੈ। ਆਠ ਪਹਿਰ ਸਿਮਰੋ ਪ੍ਰਭ ਨਾਮ, ਅਠੇ ਪਹਿਰ ਹਰ ਵੇਲੇ ਗਿਆਨ ਰੂਪੀ ਨਾਮ, ਧਿਆਨ ਰੂਪੀ ਨਾਮ, ਇਹਨੂੰ ਯਾਦ ਰੱਖਿਆ ਕਰ। ਸਿਮਰੋ ਗੁਰੂ ਦੇ ਉਪਦੇਸ਼ ਨੂੰ ਯਾਦ ਰੱਖਿਆ ਕਰ ਹਰ ਪਲ। ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਬਣਾ ਕੇ ਰੱਖਿਆ ਕਰ। ਉਹਦੀ ਪੈ ਪਾਵਨੀ ਸ਼ੁਕਰਾਨਾ ਅੰਦਰ ਬਣਾ ਕੇ ਰੱਖਿਆ ਕਰ, ਯਾਦ ਰੱਖਿਆ ਕਰ ਇਸ ਤਰ੍ਹਾਂ ਜਿਉਣਾ ਹੈ ਹਰ ਵੇਲੇ। ਆਠ ਪਹਿਰ, ਮੈਂ ਫਿਰ ਦੁਹਰਾ ਦਿਆਂ, ਉਹ ਤਾਂ ਅਭਿਆਸ ਹੈ। ਕੋਈ ਸਵੇਰੇ ਕਰਦਾ, ਕੋਈ ਸ਼ਾਮੀ ਕਰਦਾ। ਉਹ ਜਿਹੜਾ ਇਕੱਲਾ ਬੈਠ ਕੇ ਕਿਤੇ ਅਲੱਗ ਕਰਦਾ ਨਾ, ਉਹ ਅੱਠੇ ਪਹਿਰ ਨਹੀਂ, ਦੁੱਖਾਂ ਵਿੱਚ ਰੁਕਾਵਟਾਂ ਵਿੱਚ ਨਹੀਂ, ਉੱਥੇ ਤਾਂ ਗੁਰੂ ਦੇ ਉਪਦੇਸ਼ ਹਰ ਵੇਲੇ ਯਾਦ ਰੱਖਣੇ, ਭੈ ਭਾਵਨੀ ਸ਼ੁਕਰਾਨਾ ਹਰ ਵੇਲੇ ਬਣਾ ਕੇ ਰੱਖਣਾ ਅੰਦਰ। ਅਨੇਕ ਤੀਰਥ ਮੱਜਨ ਇਸ਼ਨਾਨ, ਹੁਣ ਇੱਥੇ ਸਿੱਧ ਹੋ ਗਿਆ ਕਿ ਕਿਹੜੇ ਨਾਮ ਦੀ ਗੱਲ ਕਰ ਰਹੇ ਨੇ? ਗਿਆਨ ਰੂਪੀ ਨਾਮ ਦੀ। ਗਿਆਨ ਰੂਪੀ ਨਾਮ ਦੇ ਵਿੱਚ ਮਨ ਤੇ ਮਤ ਦਾ ਇਸ਼ਨਾਨ ਕਰਿਆ ਕਰ। ਮੱਜਨ ਇਸ਼ਨਾਨ ਇੱਥੇ ਦੋ ਵਾਰੀ ਕਿਉਂ ਹੈ? ਇੱਕ ਮੱਜਨ ਦਾ ਸੰਬੰਧ ਤੀਰਥ ਨਾਲ ਹੈ। ਅਨੇਕ ਤੀਰਥ ਮੱਜਨ ਇਸ਼ਨਾਨ, ਅਸਲੀ ਇਸ਼ਨਾਨ ਕੀ ਹੈ? ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਇਹੋ ਹੀ ਸਭ ਤੋਂ ਵੱਡਾ ਤੀਰਥ ਹੈ, ਇਹੀ ਸਭ ਤੋਂ ਵੱਡਾ ਇਸ਼ਨਾਨ ਹੈ, ਤੇ ਇਹੋ ਹੀ ਜਪਣ ਦੀ ਵਿਧੀ ਤੈਨੂੰ ਸਿਖਾਏਗਾ। ਆਖੋ ਵਾਹਿਗੁਰੂ। ਇਹਦੇ ਵਿੱਚੋਂ ਤੈਨੂੰ ਇੱਕ ਦਾਤ ਮਿਲੇਗੀ, ਪ੍ਰਭ ਕੀ ਸ਼ਰਣੀ ਪਾਹੇ, ਵਾਹਿਗੁਰੂ ਜੀ ਨੂੰ ਸਮਰਪਿਤ ਹੋਣਾ, ਆਤਮ ਸਮਰਪਿਤ, ਫੁਲੀ ਡੈਡੀਕੇਟਡ, ਫੁਲੀ ਸਰੈਂਡਰ, ਉਹਦੀ ਸ਼ਰਨ ਪੈਣਾ, ਉਹਦੇ ਨਿਯਮ ਨੂੰ ਫੋਲੋ ਕਰਨਾ, ਹਰ ਉਪਦੇਸ਼ ਨੂੰ ਮੰਨਣਾ। ਕੋਟ ਕਲੰਕ ਖਿਨ ਮਹਿ ਮਿਟ ਜਾਏ, ਜੋ ਕਰਮਾਂ ਦਾ ਦੋਸ਼ ਹੈ ਸੁਭਾਅ ਬਿਰਤੀ ਵਿੱਚ, ਸੋਚ ਬਿਰਤੀ ਵਿੱਚ, ਇੱਕ ਛਿਨ ਵਿੱਚ ਲੈ ਜਾਂਦਾ ਹੈ ਜਦੋਂ ਇਹ ਮਾਰਗ ਚੰਗਾ ਲੱਗਦਾ ਹੈ। ਬੇਮੁਹਤਾਜ ਪੂਰਾ ਪਾਤਸ਼ਾਹ, ਵਾਹਿਗੁਰੂ ਜੀ ਸਭ ਤੋਂ ਵੱਡੇ ਪਾਤਸ਼ਾਹ ਨੇ, ਬੇਮੁਹਤਾਜ ਨੇ, ਉਹਨਾਂ ਨੂੰ ਕਿਸੇ ਦੀ ਮੁਹਤਾਜੀ ਨਹੀਂ, ਉਹਨਾਂ ਨੂੰ ਕਿਸੇ ਦੀ ਗੁਲਾਮੀ ਨਹੀਂ, ਕਿਉਂਕਿ ਉਹਨਾਂ ਤੋਂ ਵੱਡਾ ਤਾਂ ਦੂਰ ਦੀ ਬਾਤ ਹੈ, ਉਹਨਾਂ ਵਰਗਾ ਹੀ ਕੋਈ ਨਹੀਂ ਹੈ। ਪ੍ਰਭ ਸੇਵਕ ਸਾਚਾ ਵੇਸਾ,
ਤੇ ਪ੍ਰਭੂ ਦੇ ਸੇਵਕ ਉਹ ਨੇ ਜਿਨ੍ਹਾਂ ਨੂੰ ਸੱਚੇ ਵਾਹਿਗੁਰੂ ਜੀ ਤੇ ਪੂਰਾ ਭਰੋਸਾ ਹੁੰਦਾ ਹੈ, ਵਿਸ਼ਵਾਸ ਹੁੰਦਾ ਹੈ। ਗੁਰ ਪੂਰੈ ਰਾਖੇ ਦੇ ਹਾਥ, ਜਿਨ੍ਹਾਂ ਨੂੰ ਰੱਬ ਤੇ ਪੂਰਾ ਵਿਸ਼ਵਾਸ ਹੁੰਦਾ ਹੈ, ਫਿਰ ਗੁਰੂ ਸਾਹਿਬ ਆਪਣਾ ਉਪਦੇਸ਼ ਦਿੰਦੇ ਨੇ। ਗੁਰੂ ਦੇ ਉਪਦੇਸ਼ ਗੁਰੂ ਦੇ ਹੱਥ ਨੇ। ਉਹ ਗੁਰਸਰੂਪ ਦੇ ਹੱਥ, ਗੁਰਸਰੂਪ ਦਾ ਉਪਦੇਸ਼ ਹੈ, ਸਿੱਖਿਆ ਹੈ, ਸੋਝੀ ਹੈ, ਰੱਬੀ ਗਿਆਨ ਹੈ। ਫਿਰ ਉਹ ਰੱਖ ਲੈਂਦੇ ਨੇ ਮਨ ਨੂੰ ਕੁਸੰਗੀ ਪ੍ਰਵਿਰਤੀਆਂ ਵਿੱਚ ਜਾਣ ਤੋਂ। ਨਾਨਕ ਪਾਰ ਬ੍ਰਹਮ ਸਮਰਾਥ, ਇਹ ਨਾਨਕ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਸਮਰੱਥ ਨੇ, ਸਰਬ ਸਮਰੱਥ ਨੇ, ਸਾਰੀਆਂ ਸ਼ਕਤੀਆਂ ਦੇ ਮਾਲਕ ਨੇ। ਗੌੜੀ ਗਵਾਰੇਰੀ ਮਹੱਲਾ ਪੰਜਵਾਂ। ਅਗਲਾ ਸ਼ਬਦ ਗੌੜੀ ਦਾ, ਗੌੜੀ ਗਵਾਰੇ ਦੀ ਕਿਸਮ ਹੈ। ਗੌੜੀ ਰਾਗ ਦਾ 96ਵਾਂ ਸ਼ਬਦ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 27ਵਾਂ ਸ਼ਬਦ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਸ਼ਬਦ ਵਿੱਚ ਕਹਿ ਰਹੇ ਨੇ, ਗੁਰ ਪ੍ਰਸਾਦ ਨਾਮ ਮਨ ਲਾਗਾ। ਜਦੋਂ ਮਨ ਗਿਆਨ ਰੂਪੀ ਨਾਮ ਨਾਲ ਲੱਗਦਾ ਹੈ ਨਾ, ਭਾਵ ਇਹਨੂੰ ਬੜਾ ਚੰਗਾ ਲੱਗਦਾ ਗੁਰੂ ਦੇ ਉਪਦੇਸ਼ ਮੰਨਣ ਦੀ ਭਾਵਨਾ, ਗੂੜੀ ਪ੍ਰੀਤ, ਸਮਝ ਲਓ ਗੁਰੂ ਦੀ ਕਿਰਪਾ ਹੋ ਗਈ। ਇਹ ਗੁਰੂ ਕਿਰਪਾ ਦੀਆਂ ਨਿਸ਼ਾਨੀਆਂ ਨੇ। ਜਦੋਂ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਰਸ ਬਣ ਲੱਗ ਗਿਆ ਅੰਦਰ, ਭੈ ਭਾਵਨੀ ਸ਼ੁਕਰਾਨਾ ਬਣ ਲੱਗ ਗਿਆ, ਸਮਝ ਲਿਓ ਗੁਰੂ ਦੀ ਕਿਰਪਾ ਹੈ। ਇਹਦੇ ਨਾਲ ਅੰਦਰ ਇੱਕ ਚੇਤਨਾ ਆਉਂਦੀ ਹੈ, ਜਨਮ ਜਨਮ ਕਾ ਸੋਇਆ ਜਾਗਾ, ਜਨਮ ਜਨਮ ਕਾ। ਇਹਨੂੰ ਸਮਝਿਓ, ਜਿੰਨੇ ਵਾਰੀ ਵੀ ਅੰਦਰ ਨਫ਼ਰਤ ਕਰਨ ਦੀ ਆਦਤ ਪੈਦਾ ਹੋਈ, ਜਨਮ ਹੋਇਆ, ਨਿੰਦਾ ਕਰਨ ਦਾ ਖਿਆਲ ਪੈਦਾ ਹੋਇਆ ਜਾਂ ਨਿੰਦਾ ਸੁਣਨ ਦਾ ਖਿਆਲ ਪੈਦਾ ਹੋਇਆ, ਉਨੇ ਵਾਰੀ ਇਹ ਮਨ ਕਿਸੇ ਦੇ ਗੁਣ ਦੇਖਣ ਤੋਂ ਲਾਪਰਵਾਹ ਹੁੰਦਾ ਗਿਆ। ਇਹਨੂੰ ਨੀਂਦ ਕਿਹਾ। ਅਗਲਾ ਦੇਖਿਓ, ਜਿੰਨੇ ਵਾਰੀ ਕਿਸੇ ਨਾਲ ਨਫ਼ਰਤ ਕਰਨ ਦਾ ਖਿਆਲ ਇਹਦੇ ਅੰਦਰ ਪੈਦਾ ਹੋਇਆ, ਉਨੇ ਵਾਰੀ ਇਹਦੇ ਅੰਦਰ ਉਸ ਨੂੰ ਚੰਗਾ ਸਮਝਣ ਦਾ ਚੇਤਨਾ ਸੌਂ ਗਈ। ਆਖੋ ਵਾਹਿਗੁਰੂ। ਜਿੰਨੇ ਵਾਰੀ ਇਹਦੇ ਅੰਦਰ ਹੰਕਾਰ ਦਾ ਜਨਮ ਹੋਇਆ, ਇਹ ਨਿਮਰਤਾ ਦੇ ਗੁਣ ਤੋਂ ਅਚੇਤ ਹੋ ਗਿਆ, ਸੌਂਦਾ ਗਿਆ, ਲਾਪਰਵਾਹ ਹੋ ਗਿਆ। ਜਿੰਨੇ ਵਾਰੀ ਲੋਭ ਲਾਲਚ ਪੈਦਾ ਹੋਇਆ, ਉਨੇ ਵਾਰੀ ਇਹ ਸਬਰ ਸੰਤੋਖ ਦੇ ਗੁਣ ਤੋਂ ਲਾਪਰਵਾਹ ਹੋ ਗਿਆ, ਸੌਂਦਾ ਗਿਆ। ਆਖੋ ਵਾਹਿਗੁਰੂ। ਉਲਝਣ ਤਾਣੀ 'ਚ ਫਸਦਾ ਗਿਆ। ਇਹ ਮਨ ਸੁੱਤਾ ਹੋਇਆ, ਮੱਤ ਸੁੱਤੀ ਹੋਈ ਹੈ, ਇਹਨੂੰ ਇਸ ਪਾਸੇ ਪਤਾ ਨਹੀਂ, ਕਿਉਂਕਿ ਸੁੱਤੇ ਹੋਏ ਨੂੰ ਕੁਝ ਨਹੀਂ ਪਤਾ ਉਹਦੇ ਆਸੇ ਪਾਸੇ ਕੀ ਹੋ ਰਿਹਾ। ਗੁਰੂ ਦੇ ਮਾਰਗ ਦੀ ਸੋਝੀ ਨਹੀਂ, ਰੱਬ ਦੇ ਮਾਰਗ ਦੀ ਸੋਝੀ ਨਹੀਂ, ਗੁਰੂ ਦੇ ਉਪਦੇਸ਼ਾਂ ਦੀ ਸੋਝੀ ਨਹੀਂ। ਪਰ ਜਦੋਂ ਗੁਰੂ ਦੀ ਕਿਰਪਾ ਹੁੰਦੀ, ਗਿਆਨ ਰੂਪੀ ਨਾਮ ਨੂੰ ਮੰਨਣ ਦੀ ਭਾਵਨਾ ਜਾਗਦੀ, ਇਹ ਜਨਮ ਜਨਮ ਕਰਕੇ, ਔਗਣਾਂ ਦੇ ਜਨਮਾਂ ਕਰਕੇ ਜਿਹੜਾ ਸੋਇਆ ਹੋਇਆ ਸੀ ਨਾ, ਇਹ ਜਾਗ ਪਿਆ। ਆਖੋ ਵਾਹਿਗੁਰੂ। ਹੁਣ ਇਹਨੂੰ ਉਹ ਪਾਸਾ ਚੰਗਾ ਨਹੀਂ ਲੱਗਦਾ, ਹੁਣ ਆਪਣੇ ਆਪ ਤੇ ਪਛਤਾਵਾ ਲੱਗਦਾ, ਮੈਂ ਜਿਉਂ ਕਿਵੇਂ ਰਿਹਾ ਸੀ। ਫਿਰ ਗੁਰੂ ਦੀ ਕਿਰਪਾ ਹੁੰਦੀ ਹੈ, ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ। ਪ੍ਰਭੂ ਦੀ ਬਾਣੀ, ਰੱਬੀ ਬਾਣੀ, ਰੱਬੀ ਗਿਆਨ, ਗੁਰੂ ਦੇ ਉਪਦੇਸ਼, ਉਹ ਅੰਮ੍ਰਿਤ ਰਸ ਦੇਣ ਵਾਲੇ ਨੇ। ਫਿਰ ਉਹਦੀ ਵਿਚਾਰ ਇਹਨੂੰ ਬੜੀ ਚੰਗੀ ਲੱਗਦੀ ਹੈ, ਵਿਚਾਰ ਕਰਨੀ ਤੇ ਵਿਚਾਰ ਸੁਣਨੀ ਬੜੀ ਚੰਗੀ ਲੱਗਣ ਲੱਗ ਪਈ। ਪੂਰੇ ਗੁਰ ਕੀ ਸਮਤ ਪ੍ਰਾਣੀ। ਫਿਰ ਗੁਰੂ ਨੇ ਆਪਣੀ ਹੀ ਮੱਤ ਦੇ ਦਿੱਤੀ, ਇਹਨੂੰ ਗੁਰਮਤ ਦੇ ਦਿੱਤੀ, ਆਪਣਾ ਹੀ ਨਜ਼ਰੀਆ ਸਿਖਾ ਦਿੱਤਾ, ਸੋਚਣ ਦਾ ਨਜ਼ਰੀਆ। ਇਸ ਪ੍ਰਾਣੀ ਵਾਹਿਗੁਰੂ ਜਨਮ ਮਨੁੱਖ ਨੂੰ, ਪ੍ਰਾਣੀ ਮਨੁੱਖ ਨੂੰ, ਮਨ ਨੂੰ, ਪ੍ਰਾਣਾ ਆਸਰੇ ਚੱਲਣ ਵਾਲੇ ਜੀਵਨ ਨੂੰ ਗੁਰੂ ਦੀ ਮੱਤ ਮਿਲ ਗਈ। ਪ੍ਰਭ ਸਿਮਰਤ ਕੁਸ਼ਲ ਸਭ ਪਾਏ। ਫਿਰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਨਾਲ ਅੰਦਰ ਜਿਹੜਾ ਆਨੰਦ ਮਿਲ ਗਿਆ ਨਾ, ਸਮਝ ਲਓ ਸਭ ਤੋਂ ਵੱਡੀ ਖੁਸ਼ੀ ਹੈ, ਸਭ ਤੋਂ ਵੱਡੀ ਪ੍ਰਾਪਤੀ ਹੈ। ਕੁਸ਼ਲ ਸਭ ਘਰ ਬਾਹਰ ਸੁਖ ਸਹਿਜ ਸੁਭਾਏ ਰਹਾਓ। ਅੰਦਰ ਤੇ ਬਾਹਰ, ਅੰਦਰੋਂ ਸੁਖੀ ਤੇ ਬਾਹਰੋਂ ਗੁਰੂ ਦੇ ਕਾਰਜ, ਰੱਬ ਦੇ ਕਾਰਜ। ਫਿਰ ਦੇਖਣ ਦਾ ਨਜ਼ਰੀਆ ਬਦਲ ਗਿਆ, ਸੋਚਣ ਦਾ ਨਜ਼ਰੀਆ ਬਦਲ ਗਿਆ, ਜ਼ਿੰਦਗੀ ਜਿਉਣ ਦਾ ਨਜ਼ਰੀਆ ਹੀ ਬਦਲ ਗਿਆ। ਇਹ ਰਹਾਉ ਪਦ ਹੈ ਸ਼ਬਦ ਦਾ, ਸੋਈ ਪਛਾਤਾ ਜਿਨੈ ਉਪਾਇਆ। ਜਿਸ ਵਾਹਿਗੁਰੂ ਜੀ ਨੇ ਪੈਦਾ ਕੀਤਾ ਸੀ,
ਪਛਾਤਾ ਉਹਦੇ ਨਾਲ ਗੂੜੀ ਸਾਂਝ ਬਣ ਗਈ। ਜਿੱਥੇ ਪਛਾਤਾ, ਜਾਨਾ, ਜਾਤਾ ਇਹ ਸ਼ਬਦ ਆਉਂਦੇ ਨੇ, ਇਹਦਾ ਮਤਲਬ ਹੁੰਦਾ ਹੈ ਗੂੜੀ ਸਾਂਝ। ਵਾਹਿਗੁਰੂ ਜੀ ਨਾਲ ਗੂੜਾ ਪਿਆਰ ਬਣ ਗਿਆ। ਜਿਸ ਵਾਹਿਗੁਰੂ ਜੀ ਨੇ ਪੈਦਾ ਕੀਤਾ ਸੀ। ਹਰ ਕਿਰਪਾ ਪ੍ਰਭ ਆਪ ਮਿਲਾਇਆ। ਫਿਰ ਇੱਦਾਂ ਨਹੀਂ ਲੱਗਦਾ ਕਿ ਇਹਨਾਂ ਯਤਨਾਂ ਕਰਕੇ ਹੋਇਆ, ਸੇਵਾ ਕੀਤੀ ਤਾਂ ਹੋਇਆ। ਨਹੀਂ, ਨਹੀਂ, ਇਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੋਇਆ। ਵਾਹਿਗੁਰੂ ਜੀ ਨੇ ਆਪ ਹੀ ਮਿਲਾਇਆ। ਬਾਹਾਂ ਪਕੜ ਲੀਨੋ ਕਰੇ ਆਪਣਾ। ਬਾਂਹ ਪਕੜਨੀ ਕੀ ਹੈ? ਜਦੋਂ ਗੁਰੂ ਦਾ ਉਪਦੇਸ਼ ਚੰਗਾ ਲੱਗਿਆ ਨਾ, ਮੰਨਣ ਦੀ ਭਾਵਨਾ ਜਾਗ ਪਈ, ਸਮਝ ਲਓ ਗੁਰੂ ਦੇ ਉਪਦੇਸ਼ ਨੇ, ਗੁਰੂ ਨੇ ਮਨ ਦੀ ਬਾਂਹ ਫੜ ਲਈ। ਆਖੋ ਵਾਹਿਗੁਰੂ। ਜਦੋਂ ਗੁਰੂ ਦੇ ਉਪਦੇਸ਼ ਅਨੁਸਾਰ ਜਿਉਣ ਦਾ ਜਜ਼ਬਾ ਜਾਗ ਪਿਆ, ਮੱਤ ਰੂਪੀ ਬਾਂਹ ਫੜ ਲਈ। ਇੱਦਾਂ ਉਹ ਰਸ ਦੇ ਨਾਲ ਆਪਣੇ ਵੱਲ ਖਿੱਚ ਲੈਂਦੇ ਨੇ ਵਾਹਿਗੁਰੂ ਜੀ, ਤੇ ਆਪਣਾ ਬਣਾ ਕੇ ਹਰ ਹਰ ਕਥਾ ਸਦਾ ਜਪ ਜਪਣਾ। ਹੁਣ ਇਸ ਨੂੰ ਸਮਝਿਓ, ਗਿਆਨ ਰੂਪੀ ਨਾਮ ਦੀ ਵਿਆਖਿਆ ਹਰ ਹਰ ਕਥਾ, ਰੱਬੀ ਵਿਚਾਰਾਂ, ਉਸ ਸੱਚੇ ਗਿਆਨ ਦੀਆਂ ਵਿਚਾਰਾਂ, ਰੱਬ ਦੇ ਨਿਯਮਾਂ ਦੀਆਂ ਵਿਚਾਰਾਂ, ਰੱਬ ਦੇ ਗੁਣਾਂ ਦੀਆਂ ਵਿਚਾਰਾਂ, ਗੁਰੂ ਦੇ ਉਪਦੇਸ਼, ਗੁਰਮਤਿ, ਗੁਰਸਿੱਖੀ ਦੀਆਂ ਵਿਚਾਰਾਂ ਉਹ ਕਰਨੀਆਂ ਬੜੀਆਂ ਚੰਗੀਆਂ ਲੱਗਣ ਲੱਗ ਪਈਆਂ। ਤੇ ਹਰ ਕੀ ਕਥਾ ਸਦਾ ਜਪ ਜਪਣਾ, ਇਹ ਜਪ ਜਪਣਾ ਬਣ ਗਿਆ। ਇਹਦੇ ਨਾਲ ਗੁਰੂ ਚੇਤੇ, ਰੱਬ ਚੇਤੇ, ਜਿਤਨੀਆਂ ਅਸੀਂ ਪੋਜ਼ਿਟਿਵ ਰੱਬੀ ਗਿਆਨ ਦੇ ਦਾਇਰੇ ਵਿੱਚ, ਰੱਬੀ ਮਾਰਗ ਦੀਆਂ, ਗੁਰੂ ਦੇ ਮਾਰਗ ਦੀਆਂ ਵਿਚਾਰਾਂ ਕਰਾਂਗੇ, ਉਤਨੇ ਖਿਆਲ ਸੋਚਾਂ ਅੰਦਰ ਉਤਪੰਨ ਹੋਣਗੇ। ਜੀਵਨ ਜਪਣਾ ਬਣ ਜਾਏਗਾ। ਮੰਤਰ, ਤੰਤਰ, ਔਖਦ, ਪੁਨਹਚਾਰ। ਲੋਕ ਮੰਤਰਾਂ ਦਾ ਪਾਠ ਕਰਦੇ ਸੀ, ਟੂਣੇ ਕਰਦੇ ਸਨ। ਫਿਰ ਮਨ ਦੇ ਨਾਮ ਦੀ, ਵਾਹਿਗੁਰੂ, ਸਰੀਰਕ ਰੋਗਾਂ ਦੀ ਦਵਾਈ ਲੈਂਦੇ ਸੀ। ਤੇ ਜਿਹੜੇ ਟੂਣੇ ਟਾਮਣ ਨੇ, ਮੰਤਰ ਪੜ੍ਹਨੇ, ਉਹਨੂੰ ਸਮਝਦੇ ਸੀ ਇਹ ਦਵਾਈ ਹੈ, ਇਹਦੇ ਨਾਲ ਠੀਕ ਹੋ ਜਾਏਗਾ ਮਨ, ਘਰ ਵਿੱਚ ਕਲੇਸ਼ ਆ ਉਹਦੀ ਠੀਕ ਹੋ ਜਾਏਗਾ। ਪਰ ਉਹਨਾਂ ਨੂੰ ਪਤਾ ਨਹੀਂ ਹੈ। ਉਹ ਸੋਚਦੇ ਬਾਣੀ ਕੋਈ ਹੋਰ ਪੜ੍ਹੇ, ਕਲੇਸ਼ ਸਾਡਾ ਦੂਰ ਹੋ ਜਾਵੇ। ਜੰਤਰ ਮੰਤਰ ਕੋਈ ਟੂਣਾ ਕਰ ਦੇਵੇ, ਸਾਡਾ ਇਹ ਕਲੇਸ਼ ਦੂਰ ਹੋ ਜਾਵੇ, ਰੋਗ ਦੂਰ ਹੋ ਜਾਣ। ਪੁਨਹਚਾਰ, ਪੁਨਹਚਾਰ ਹੁੰਦਾ ਸੀ ਪਹਿਲਾਂ ਤਾਂ ਕਰਮ ਕਰਨੇ ਪਾਪ ਪ੍ਰਵਿਰਤੀ ਦੇ, ਫਿਰ ਪਛਤਾਵੇ ਵਜੋਂ ਧਰਮ ਦੇ ਕਰਮ ਕਰ ਲੈਣੇ, ਉਹਨੂੰ ਪੁਨਹਚਾਰ ਕਹਿੰਦੇ ਸੀ, ਵੀ ਪਾਪ ਉਤਰ ਗਏ। ਪਰ ਸਤਿਗੁਰੂ ਜੀ ਕਹਿੰਦੇ ਗੁਰਮਤਿ ਦੇ ਨਜ਼ਰੀਏ ਅਨੁਸਾਰ ਸਭ ਤੋਂ ਵੱਡਾ ਮੰਤਰ, ਸਭ ਤੋਂ ਵੱਡਾ ਤੰਤਰ, ਸਭ ਤੋਂ ਵੱਡੀ ਔਖਦ, ਸਭ ਤੋਂ ਵੱਡਾ ਪੁਨਹਚਾਰ ਉਹ ਹੈ ਹਰ ਹਰ ਨਾਮ ਜੀ ਪ੍ਰਾਨ ਆਧਾਰ। ਵਾਹਿਗੁਰੂ ਜੀ ਦਾ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਜਦੋਂ ਪਤਾ ਲੱਗਿਆ ਨਾ, ਮੇਰੀ ਜ਼ਿੰਦਗੀ ਦਾ ਇਹੀ ਆਸਰਾ ਹੈ। ਗੁਰੂ ਦੇ ਉਪਦੇਸ਼ ਨੂੰ ਮੰਨ ਕੇ, ਰੱਬੀ ਗਿਆਨ ਨੂੰ ਜੀਵਨ ਸਮਰਪਿਤ ਕਰਕੇ ਹੀ ਇਹ ਜੀਵਨ ਸਫਲ ਹੋਣਾ ਹੈ। ਰੱਬ ਦੀ ਭੈ ਭਾਵਨੀ ਸ਼ੁਕਰਾਨੇ ਵਿੱਚ, ਉਹਦੀ ਮਿੱਠੀ ਮਿੱਠੀ ਯਾਦ ਵਿੱਚ ਹੀ ਜੀਵਨ ਸਫਲ ਹੋਣਾ ਹੈ। ਕਿਸੇ ਹੋਰ ਜੰਤਰ ਮੰਤਰ, ਟੂਣੇ ਟਾਮਣ, ਪੁਨਹਚਾਰ ਆਦਿਕ ਦੀ ਲੋੜ ਨਹੀਂ ਰਹਿ ਗਈ। ਆਖੋ ਵਾਹਿਗੁਰੂ। ਇਹੋ ਹੀ ਆਸਰਾ ਹੈ। ਸਾਚਾ ਧਨ ਪਾਇਓ ਹਰ ਰੰਗ। ਫਿਰ ਵਾਹਿਗੁਰੂ ਜੀ ਦੇ ਪਿਆਰ ਦਾ ਰੰਗ, ਪਿਆਰ ਦੀ ਖਿੱਚ, ਹਰ ਰੰਗ, ਇਹ ਅਸਲੀ ਧਨ ਹੈ ਜਿਹੜਾ ਸਦੀਵੀ ਰਹਿੰਦਾ ਹੈ। ਸਾਚਾ ਤੋਂ ਭਾਵ ਕਦੀ ਮਰਦਾ ਨਹੀਂ। ਇਹ ਪ੍ਰਾਪਤ ਕਰ ਲਿਆ ਆਪਣੇ ਗੁਰੂ ਤੋਂ। ਦੋ ਤਰ ਤਰੇ ਸਾਧ ਕੈ ਸੰਗ। ਫਿਰ ਗੁਰੂ ਦਾ ਸੰਗ ਹੋਇਆ। ਗੁਰੂ ਦਾ ਸੰਗ ਗੁਰੂ ਕੋਲ ਬੈਠਣਾ ਨਹੀਂ ਹੁੰਦਾ। ਗੁਰੂ ਦਾ ਸੰਗ ਗੁਰੂ ਦੇ ਹੁਕਮ ਮੰਨਣਾ ਹੁੰਦਾ। ਜੇ ਗੁਰੂ ਕੋਲੇ ਬੈਠਣ ਨੂੰ ਸੰਗ ਕਹੀਏ ਤਾਂ ਪਿਰਥੀ ਚੰਦ, ਧੀਰ ਮੱਲ ਇਹ ਸਾਰੇ ਗੁਰੂ ਦੇ ਘਰ ਵਿੱਚ ਹੀ ਰਹਿੰਦੇ ਸੀ, ਕਿਉਂਕਿ ਗੁਰੂ ਦੇ ਪਰਿਵਾਰ ਵਿੱਚੋਂ ਸੀ। ਪਰ ਮੰਨਦੇ ਨਹੀਂ ਸੀ। ਆਖੋ ਵਾਹਿਗੁਰੂ। ਮੰਨਣ ਵਾਲੇ ਬਿਰਲੇ ਨੇ, ਉਹੀ ਸੰਗ ਕਰਦੇ ਨੇ। ਜੇ ਸੰਗ ਕਰਦੇ ਨੇ ਤੇ ਦੁੱਤਰ ਤਰੇ, ਜਿਹੜਾ ਔਖਾ ਲੱਗਦਾ ਸੀ ਨਾ, ਉਹ ਮੈਨੇਜ ਹੋਣ ਲੱਗ ਪੈਂਦਾ ਹੈ। ਇੱਧਰ ਤੁਰਨਾ ਔਖਾ ਹੁੰਦਾ ਸੀ, ਉਧਰੋਂ ਛੱਡਣਾ ਔਖਾ ਲੱਗਦਾ ਸੀ। ਬੜਾ ਔਖਾ ਲੱਗਦਾ ਸੀ ਦੁੱਤਰ, ਦੁੱਤਰ ਔਖਾ ਤੇ ਤਰ ਲਿਆ, ਮੈਨੇਜ ਕਰ ਲਿਆ, ਬੜਾ ਸੌਖਾ ਲੱਗਣ ਲੱਗ ਪਿਆ। ਫਿਰ ਕੁਸੰਗ ਵਿੱਚ ਬੈਠਣ ਤੋਂ ਬਚਣਾ ਵੀ ਸੌਖਾ ਲੱਗਣ ਲੱਗ ਪਿਆ, ਸਤਸੰਗਤ ਵਿੱਚ ਜਾਣਾ ਵੀ ਸੌਖਾ ਲੱਗਣ ਲੱਗ ਪਿਆ। ਸੁਖ ਵੈਸਹੁ ਸੰਤ ਸਜਣ ਪਰਿਵਾਰ। ਫਿਰ ਸੋਝੀ ਆਈ, ਗੁਰੂ ਕੋਲ ਬੈਠਣਾ ਕਿਵੇਂ ਹੈ। ਅਸੀਂ ਸਾਰੇ ਮੇਰੇ ਗੁਰੂ ਸੱਜਣ ਦੇ ਪਰਿਵਾਰ ਹਾਂ। ਇਹਦਾ ਮਤਲਬ ਅੰਦਰੋਂ ਮੇਰ ਤੇਰ ਮਿਟਣੀ ਪਵੇਗੀ, ਛੋਟਾ ਵੱਡਾ ਮਿਟਣਾ ਪਵੇਗਾ, ਇੱਕ ਦੂਸਰੇ ਦੇ ਗੁਣਾਂ ਨੂੰ ਫੋਕਸ ਕਰਨਾ ਪਵੇਗਾ। ਪਰਿਵਾਰ ਮੰਨ ਕੇ, ਆਪਣੇ ਮੰਨ ਕੇ, ਸਾਰੇ ਗੁਰੂ ਦੇ ਪੁੱਤਰ ਧੀਆਂ ਹਾਂ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ।
ਸਭਨਾ ਕਾ ਮਾਪਿਓ ਏਕ ਹੈ, ਐਸੀ ਭਾਵਨਾ ਬਣਾਉਣੀ ਪਵੇਗੀ। ਹਰ ਤਨ ਖਾਟਿਓ ਜਾ ਕਾ ਨਾਹਿ ਸ਼ੁਮਾਰ, ਫਿਰ ਹਰੀ ਦਾ ਧਨ। ਰੱਬ ਦੇ ਗੁਣ ਉਹਦਾ ਧਨ ਹੈ, ਰੱਬ ਦੀ ਬਖਸ਼ਿਸ਼ ਉਹਦਾ ਧਨ ਹੈ, ਰੱਬੀ ਗਿਆਨ, ਰੱਬੀ ਉਪਦੇਸ਼ ਉਹਦਾ ਧਨ ਹੈ। ਉਹਦੀ ਯਾਦ ਦੇ ਵਿੱਚ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਉਹਦਾ ਧਨ ਹੈ। ਉਹਦੀ ਭੈ ਭਾਵਨੀ ਦਾ ਅਹਿਸਾਸ ਹੋਣਾ ਉਹਦਾ ਧਨ ਹੈ। ਉਹਦੇ ਸ਼ੁਕਰਾਨੇ ਦੀ ਭਾਵਨਾ ਵਿੱਚ ਜਿਉਣਾ ਉਹਦਾ ਧਨ ਹੈ। ਇਹ ਸਾਰੇ ਕੁਛ ਨੂੰ ਅਸੀਂ ਗੁਰਮਤਿ, ਗੁਰਬਾਣੀ, ਗੁਰਸਿੱਖੀ ਕਹਿ ਸਕਦੇ ਹਾਂ। ਇਹ ਉਹਨਾਂ ਨੇ ਖੱਟ ਲਿਆ ਜਾ ਕਾ ਨਾਹਿ ਸ਼ੁਮਾਰ। ਸ਼ੁਮਾਰ ਗਿਣਤੀ ਜਾਣੀ ਜਿਹਦਾ ਕੋਈ ਅੰਦਾਜ਼ਾ ਹੀ ਨਹੀਂ, ਇਤਨਾ ਕੀਮਤੀ ਧਨ ਹੈ। ਜਿਸ ਹੈ ਪ੍ਰਾਪਤ ਤਿਸ ਗੁਰ ਦੇ। ਪ੍ਰਾਪਤ ਕਿਹਨਾਂ ਨੂੰ ਹੁੰਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੀ ਹੈ? ਗੁਰਸਰੂਪ। ਗੁਰਸਰੂਪ ਕੀ ਹੈ? ਰੱਬੀ ਗਿਆਨ, ਗੁਰੂ ਦਾ ਉਪਦੇਸ਼। ਉਹਨੂੰ ਲੈਣਾ ਕੀ ਹੈ? ਮੰਨਣਾ। ਪਿੱਛੇ ਜੇਕਰ ਆਇਆ ਸੀ ਨਾ, ਨਾਮ ਲੈਣਾ ਕੀ ਹੈ? ਮੰਨਣਾ। ਤੇ ਗੁਰੂ ਕਿਵੇਂ ਨਾਮ ਦਿੰਦੇ ਨੇ? ਮੰਨਣ ਦੀ ਭਾਵਨਾ ਦੇ ਦਿੰਦੇ ਨੇ, ਪ੍ਰੈਕਟੀਕਲ ਜਿਉਣ ਦੀ ਭਾਵਨਾ ਦੇ ਦਿੰਦੇ ਨੇ। ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਗੁਰੂ ਦੇ ਉਪਦੇਸ਼ ਗਿਆਨ ਰੂਪੀ ਨਾਮ ਜ਼ਿੰਦਗੀ 'ਚ ਜਿਉਣ ਦੀ ਭਾਵਨਾ, ਜਜ਼ਬਾ ਜਾਗ ਪਿਆ, ਉਹਨਾਂ ਨੂੰ ਗੁਰੂ ਨੇ ਇਹ ਖਜ਼ਾਨਾ ਦੇ ਦਿੱਤਾ। ਨਾਨਕ ਬਿਰਥਾ ਕੋਇ ਨਾ ਹੋਏ। ਇਹ ਨਾਨਕ ਜੀ, ਫਿਰ ਬਿਰਥਾ ਨਹੀਂ ਜਾਂਦਾ। ਭਲਾ ਵਾਪਰਦੀ ਹੈ, ਬਖਸ਼ਿਸ਼ ਮਿਲਦੀ ਹੈ। ਸਤਿਗੁਰੂ ਕਿਰਪਾ ਕਰ, ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।